ਗੁੱਡ ਮਾਰਨਿੰਗ 7th ਕਲਾਸ। ਅੱਜ ਆਪਾਂ ਪੁੰਦਰਿਕ ਪੰਜਾਬੀ ਪਾਠ ਪੁਸਤਕ ਦਾ ਪਾਠ ਨੰਬਰ 7 ਕੀੜੀ ਪੜ੍ਹਾਂਗੇ। ਇਸ ਦੇ ਕਵੀ ਹਨ ਸੁਰਜੀਤ ਸਿੰਘ ਮਰਜਾਰਾ। ਇਸ ਵਿੱਚ ਕਵੀ ਨੇ ਵਿਦਿਆਰਥੀਆਂ ਨੂੰ ਕੀੜੀਆਂ ਦੇ ਅਨੁਸ਼ਾਸਨ, ਉਹਨਾਂ ਦੇ ਕੰਮਾਂ, ਉਹਨਾਂ ਦਾ ਇੱਕ ਦੂਜੇ ਨਾਲ ਸਹਿਯੋਗ ਕਰਨ ਦੀ ਭਾਵਨਾ ਬਾਰੇ ਦੱਸਿਆ ਵਾ ਕਿ ਕੀੜੀ ਭਾਵੇਂ ਛੋਟੀ ਹੈ ਪਰ ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦੀ ਹੈ। ਇਹਨਾਂ ਵਿੱਚ ਇਹ ਹਮੇਸ਼ਾ ਹੀ ਕੰਮ ਵਿੱਚ ਰੁੱਝੀਆਂ ਰਹਿੰਦੀਆਂ ਹਨ ਅਤੇ ਇਹਨਾਂ ਵਿੱਚ ਲਗਨ ਦੇਖੀ ਜਾਂਦੀ ਹੈ, ਜਿਹੜਾ ਕਿ ਇਨਸਾਨਾਂ ਵਿੱਚ ਨਹੀਂ ਦੇਖੀ ਜਾਂਦੀ। ਕਵੀ ਨੇ ਕੀੜੀ ਤੋਂ ਸਾਨੂੰ ਸਿੱਖਿਆ ਲੈਣ ਦੀ ਪ੍ਰੇਰਨਾ ਦਿੱਤੀ ਹੈ। ਚਲੋ ਬੱਚਿਓ, ਅੱਜ ਆਪਾਂ ਪਾਠ ਸ਼ੁਰੂ ਕਰਦੇ ਹਾਂ। पेज नंबर 42 पाठ 7 कीड़ी। कीड़ी कीड़ी कह के उसनू एवें ना दुरकारो, कीड़ी भावें निक्की दिसदी पर इसनू सतिकारो। दुरकारो भाव बुरा भला कहना, सतिकार करना, आदर करना। कीड़ी नू कहंदे कीड़ी कह के उहनू एवें उहदा बुरा भला ना कहो, उहनू भावें वो निक्की दिसदी है पर उसका सतिकार करना चाहिदा है। ना इस दे विच मास है लगदा, ना दिसदी है खल, निक्का निक्का तन है इसका पर बड़ी इसकी गल। खल खल मीनस चमड़ी। कहते ना हम तुम देखो कदे कीड़ी है, तुम देखी होनी बच्चों कितनी छोटी होंगी है, और कोई कहते ना मांस है ना खल है, खल भावें चमड़ी भी नहीं हैगी। निक्का निक्का भावें वह तन है, जोड़ा शरीर है निक्का है पर सानू बहुत वड्डी गल समझाती है। किहड़ी किहड़ी? इक्को तोरे तुरदी जावे बस अगे तो अगे, इसनू तुरना जीवन जापे, खड़ना मरना लगे। ये कहते इक्को तुर, देखो कीड़ियाँ तुसीं देखे होंगे इक्को ही लाइन में तुरदियाँ जांदियां ने। जे एक कीड़ी तुरदी पई है ना, वो पिछे कितनी कीड़ियाँ, सानूं तां भी नहीं पता कि लाइन कित्थों शुरू होई ते कित्थे खत्म हो रही है। इक्को ही तोरे तुरदी जाती है, बस अगे ही अगे, इहदा काम ही यही अगे अगे वधना। ये कदे खड़दी नहीं हैगी क्योंकि खड़ना इहनूं मौत लगदा वा। हर वेले ही किसी काम विच रुझी है कहंदी रहिंदी, जे रुझ जाइए इसदे वागर औकड़ कदी कुछ ना कहंदी। इस विच कवि ने मनुख नूं सिक्ख्या दित्ती है कि ये हर समय अपने काम विच रुझी रहिंदी है। रुझी रहना, व्यस्त रहना, बिजी रहना, भी हर समय ये अपने काम विच लगी रहिंदी है। पर जे असी भी इन्हां दी तरह काम विच लग जाइए तो सानूं कदे भी कोई मुसीबत नहीं आ सकती। उसदी लगन चाहत जद तकीए जिंद नूं आवे हुलारा, डिगदा डिगदा मन बंदे दा फिर तो होए करारा। साहस, साहस मीन्स हौसला, जिंद जिंद जिंदड़ी, हुलारा, हुलारा मीन्स एक नवा चाह आना, ठीक है, हरकत विच आना, नवा चाह आना। डिगदा डिगदा मन बंदे दा फिर तो होए करारा, करारा भाव तेज। कहते जो असी कीड़ी का इस तरह हौसला देखते हैं, लगन देखते हैं, काम नूं करन दी लगन देखते हैं, और विच हौसला देखते हैं, ਤਾਂ ਤੱਕੀਏ ਤੱਕੀ ਹੁੰਦਾ ਦੇਖਦੇ ਹਾਂ ਤਾਂ ਸਾਡੀ ਵੀ ਉਹਨੂੰ ਦੇਖ ਕੇ ਸਾਡੀ ਜਿੰਦ ਨੂੰ ਵੀ ਇੱਕ ਨਵਾਂ ਹੁਲਾਰਾ ਆਉਂਦਾ ਵਾ, ਕਿ ਸਾਨੂੰ ਵੀ ਇੱਕ ਨਵਾਂ ਉਤਸ਼ਾਹ ਮਿਲਦਾ ਵਾ ਕਿ ਸਾਡਾ ਵੀ ਜੇ ਮਨ ਡਿੱਗ ਰਿਹਾ ਵਾ ਅਤੇ ਉਹਨੂੰ ਦੇਖ ਕੇ ਅਸੀਂ ਵੀ ਤੇਜ਼ ਹੋ ਜਾਂਦੇ ਹਾਂ। ਕੀੜੀ ਨੂੰ ਦੇਖ ਕੇ ਸਾਨੂੰ ਇੰਨਾ ਨਵਾਂ ਉਤਸ਼ਾਹ ਮਿਲਦਾ ਵਾ, ਕੰਮ ਕਰਨ ਦੀ ਇੱਛਾ ਜਾਗਦੀ ਹੈ। ਉਸ ਦੀ ਲੋੜ ਜਦੋਂ ਮੈਂ ਤੱਕੀ ਥੋੜ੍ਹੀ ਥੋੜ੍ਹੀ ਜਾਪੇ, ਬੰਦਿਆਂ ਵਾਂਗ ਨਾ ਧਰਤੀ ਇਹ ਗਿੱਠਾਂ ਦੇ ਵਿੱਚ ਨਾਪੇ। ਕਵੀ ਚ ਕਹਿੰਦਾ ਕਿ ਮੈਂ ਜਦੋਂ ਲੋੜ ਦੇਖਦਾ ਵਾਂ ਉਹ ਬੜੀ ਮੈਨੂੰ ਥੋੜ੍ਹੀ ਲੱਗਦੀ ਹੈ, ਵੀ ਉਹਦੀ ਲੋੜ ਬਹੁਤ ਹੀ ਥੋੜ੍ਹੀ ਹੈ। ਉਹ ਵੀ ਬੰਦਿਆਂ ਦੀ ਤਰ੍ਹਾਂ ਇਹ ਧਰਤੀ ਨੂੰ ਗਿੱਠਾਂ ਵਿੱਚ ਨਾਪਦੀ, ਭਾਵ ਕਬਜ਼ੇ ਨਹੀਂ ਕਰਦੀ। ਇਹ ਨਹੀਂ ਕਹਿੰਦੀ ਹੈ ਤੇਰੀ ਧਰਤੀ ਹੈ ਮੇਰੀ ਧਰਤੀ ਹੈ, ਉਹ ਮਿਲ ਜੁਲ ਕੇ ਰਹਿੰਦੀਆਂ ਨੇ। ਇਹ ਤਾਂ ਇਨਸਾਨਾਂ ਦੇ ਵਿੱਚ ਹੀ ਹੈ ਕਿ ਆ ਤੇਰਾ ਆ ਮੇਰਾ। ਇੱਕ ਇੱਕ ਕਰਕੇ ਦਲ ਬਣ ਜਾਂਦਾ, ਇੱਕ ਇੱਕ ਕਰਕੇ ਦਲ ਬਣ ਜਾਂਦਾ, ਇਹਨਾਂ ਦਾ ਹੈ ਭਾਰਾ, ਆਪਸ ਵਿੱਚ ਹੀ ਇੱਕ ਦੂਜੇ ਦਾ ਬਣਦੀਆਂ ਹਨ ਸਹਾਰਾ। ਕਹਿੰਦਾ ਇੱਕ ਇੱਕ ਕਰਕੇ ਕੀੜੀਆਂ ਦਾ ਪੂਰਾ ਦਲ ਭਾਰਾ ਬਣ ਜਾਂਦਾ ਵਾ, ਇੱਕ ਦੂਜੇ ਦਾ ਸਹਾਰਾ ਬਣਦੀਆਂ ਨੇ, ਇੱਕ ਦੂਜੇ ਦਾ ਸਹਿਯੋਗ ਕਰਦੀਆਂ ਨੇ। ਕਿੱਦਾਂ ਹੁਣ ਜੋ ਤੁਸੀਂ ਦੇਖ ਲਓ ਇੱਕ ਕੁੜੀ ਗਿਰ ਜਾਵੇ ਨਾ, ਦੇਖੋ ਇੱਕ ਕੀੜੀ ਨੂੰ ਕਿਹਾ ਤੁਸੀਂ ਧਿਆਨ ਨਾਲ ਦੇਖਿਓ, ਇੱਕ ਕੀੜੀ ਨੂੰ 4-5 ਕੀੜੀਆਂ ਚੁੱਕ ਕੇ ਲੈ ਕੇ ਜਾ ਰਹੀਆਂ ਹੁੰਦੀਆਂ ਨੇ, ਜਾਂ ਕੋਈ ਚੀਜ਼ ਚੁੱਕਦੀਆਂ ਨੇ ਅਤੇ ਜੇ ਇੱਕ ਕੋਲ ਨਹੀਂ ਲੈ ਕੇ ਜਾਂਦੀ 2-3 ਹੋਰ ਉਹਦੇ ਨਾਲ ਲੱਗ ਜਾਂਦੀਆਂ ਨੇ। ਇਸ ਤਰ੍ਹਾਂ ਇੱਕ ਦੂਜੇ ਦਾ ਸਹਿਯੋਗ ਬਣਦੀਆਂ ਨੇ, ਕਰਦੀਆਂ ਨੇ, ਇੱਕ ਦੂਜੇ ਦਾ ਸਹਾਰਾ ਬਣਦੀਆਂ ਹਨ। जद कुछ खावन जो कुछ खावन रल मिल के खावन,
ਬੰਦਿਆਂ ਵਾਂਗ ਨਾ ਦਾਲਚੀਨੀ ਦੀ ਵੰਡੀਆਂ ਤਾਂ ਪਾਵਨ। ਇਹ ਕਹਿੰਦੇ ਜੋ ਵੀ ਖਾਂਦੀਆਂ ਨੇ, ਜੋ ਵੀ ਖਾਂਦੀਆਂ, ਕੁਝ ਵੀ ਖਾਂਦੀਆਂ ਨੇ, ਉਹ ਸਾਰੀਆਂ ਰਲ ਮਿਲ ਕੇ ਹੀ ਖਾਂਦੀਆਂ ਨੇ। ਬੰਦਿਆਂ ਦੀ ਤਰ੍ਹਾਂ ਨਹੀਂ ਇਹ ਦਾਲ ਵੰਡ ਕੇ ਖਾਂਦੀਆਂ, ਦਾਲਚੀਨੀ ਵੰਡਦੀਆਂ ਨੇ, ਇਹ ਵੰਡੀਆਂ ਨਹੀਂ ਪਾਉਂਦੀਆਂ ਬੰਦਿਆਂ ਦੀ ਤਰ੍ਹਾਂ। ਇਹ ਸਭ ਕੁਝ ਮਿਲ ਕੇ ਹੀ ਖਾਂਦੀਆਂ ਹਨ। ਇੱਕ ਵਿਸ਼ਵਾਸ ਭਰੋਸਾ ਲੈ ਕੇ ਕੀੜੀ ਖੁੱਡ 'ਚੋਂ ਆਈ, ਖਾਂਦੇ ਖਾਂਦੇ ਜੋ ਕੁਝ ਬਚਿਆ ਉਸ ਦੀ ਪੰਡ ਨਾ ਚੁਕਾਈ। ਇੱਕ ਵਿਸ਼ਵਾਸ ਭਰੋਸਾ ਲੈ ਕੇ ਕੁੜੀ ਖੁੱਡ ਵਿੱਚੋਂ ਨਿਕਲਦੀ ਹੈ। ਜਦੋਂ ਆਪਣੀ ਖੁੱਡ ਵਿੱਚੋਂ ਨਿਕਲਦੀ ਹੈ, ਕੀ ਭਰੋਸਾ ਹੁੰਦਾ ਕਿ ਅੱਜ ਉਹਨੂੰ ਕੁਛ ਨਾ ਕੁਛ ਖਾਣ ਨੂੰ ਜ਼ਰੂਰ ਮਿਲੇਗਾ। ਅਤੇ ਪਰ ਉਹਦੀ ਜੋ ਖਾ ਲੈਂਦੀ ਹੈ, ਜੋ ਕੁਝ ਬਚ ਜਾਂਦਾ ਵਾ, ਉਹਨੂੰ ਇਹ ਚਾਹ ਨਹੀਂ ਹੁੰਦੀ ਕਿ ਇਹ ਨਹੀਂ ਮੈਂ ਪੰਡ ਬਣਾ ਕੇ ਘਰੇ ਨੂੰ ਲੈ ਜਾਵਾਂ। ਪੰਡ ਨਾ ਚਾਹੀ ਮੀਨਸ ਉਹ ਇਹਨੂੰ ਇਹ ਨਹੀਂ ਹੁੰਦਾ ਕਿ ਮੈਂ ਇਹਨੂੰ ਜ਼ਿਆਦਾ ਚੁੱਕ ਕੇ ਲੈ ਜਾਵਾਂ। ਉਹਨੇ ਜਿੰਨਾ ਖਾ ਲਿਆ, ਜੋ ਉਹਦੇ ਕੋਲ ਲਿਆ ਚੁੱਕਿਆ ਗਿਆ ਅਤੇ ਚੁੱਕ ਲਿਆ। ਕਦੇ ਕਿਤਾਈ ਆਉਂਦੇ ਜਾਂਦੇ ਮੁੱਖ ਨਾਲ ਮੁੱਖ ਛੁਆਵਨ, ਇਉਂ ਲੱਗਦਾ ਜਿਵੇਂ ਇੱਕ ਦੂਜੀ ਨੂੰ ਗੱਲ ਉਹ ਕੋਈ ਪਹੁੰਚਾਵਨ। ਜਦੋਂ ਆਉਂਦੀਆਂ ਨੇ ਜਾਂਦੀਆਂ ਨੇ, ਤੁਸੀਂ ਦੇਖਿਆ ਹੋਏਗਾ, ਕਦੇ ਵੀ ਇੱਕ ਕੀੜੀਆਂ ਦੀ ਲਾਈਨ ਦੇਖਿਓ, ਇੱਕ ਦੂਜੇ ਨਾਲ ਮੂੰਹ ਲਾਉਂਦੀਆਂ ਨੇ। ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਇੱਕ ਦੂਜੇ ਨੂੰ ਕੋਈ ਗੱਲ ਦਾ ਸੁਨੇਹਾ ਦੇ ਰਹੀਆਂ ਨੇ। ਜਦ ਮਿੱਠੀਆਂ ਖੁਸ਼ਬੂਆਂ ਭਰੀਆਂ ਚੀਜ਼ਾਂ ਕਿਧਰੇ ਮਹਿਕਣ, ਕੀੜੀਆਂ ਉੱਥੇ ਸੰਗ ਸਹੇਲੀਆਂ ਕਲੀਆਂ ਵਾਂਗੂ ਟਹਿਕਣ। ਜਦੋਂ ਮਿੱਠੀਆਂ ਖੁਸ਼ਬੂਆਂ ਭਰ ਜਾਂਦੀਆਂ, ਜਦੋਂ ਉਹਨਾਂ ਨੂੰ ਮਿੱਠੇ ਦੀ ਸਮੈਲ ਆਉਂਦੀ ਹੈ, ਮਹਿਕ ਆਉਂਦੀ ਹੈ, ਜਦੋਂ ਕਿਸੇ ਕਿਤੇ ਵੀ ਮਿੱਠੇ ਦੀ ਸਮੈਲ ਹੋਵੇ, ਮਹਿਕ ਹੋਵੇ, ਉਹ ਕੀ ਹੈ, ਉਹ ਆਪਣੀ ਕੀੜੀਆਂ ਸਾਰੀਆਂ ਇੱਕ ਦੂਜੇ ਦੀ ਆਪਣੀ ਸਹੇਲੀਆਂ ਨੂੰ ਨਾਲ ਲੈ ਕੇ ਉੱਥੇ ਉਹਨਾਂ ਦੀ ਕਲੀ ਵਾਂਗੂ ਟਹਿਕਣ। ਮੀਨਸ ਕਲੀਆਂ ਜਿਹੜਾ ਖੁਸ਼ ਹੁੰਦੀਆਂ ਨੇ, ਉੱਥੇ ਜਾ ਕੇ ਚੀਜ਼ ਉਹਨਾਂ ਨੂੰ ਖੁਸ਼ੀ ਪ੍ਰਦਾਨ ਹੁੰਦੀ ਹੈ। ਐਡਾ ਪਿਆਰ ਨਾ ਦਿਸਿਆ ਕਿਧਰੇ ਮਹਿਕਾ ਦੂਰ ਖਲੇਰੇ, ਆਪਸੀ ਪਿਆਰ ਦਾ ਇਹ ਅਜੂਬਾ ਵੰਡਣ ਚਾਰ ਚੁਫੇਰੇ। ਵੀ ਕਹਿੰਦੇ ਇਸ ਤਰ੍ਹਾਂ ਦਾ ਅਸੀਂ ਪਿਆਰ ਕਦੇ ਨਹੀਂ ਦੇਖਿਆ, ਜਿਸ ਤਰ੍ਹਾਂ ਦਾ ਕੀੜੀਆਂ ਵਿੱਚ ਪਿਆਰ ਅਸੀਂ ਕਦੇ ਨਹੀਂ ਦੇਖਿਆ। ਇਹ ਦੂਰ ਦੂਰ ਤੱਕ ਆਪਣੇ ਪਿਆਰ ਦੀਆਂ ਖੁਸ਼ਬੂਆਂ ਵੰਡਦੀਆਂ ਹਨ। ਇਹਨਾਂ ਦਾ ਇਹ ਜਿਹੜਾ ਪਿਆਰ ਆ, ਇੱਕ ਅਜੂਬੇ ਤੋਂ ਘੱਟ ਨਹੀਂ ਹੈ, ਇੱਕ ਵੱਖਰੀ ਚੀਜ਼ ਹੈ। ਆਓ ਰਲ ਕੇ ਕੀੜੀ ਵਾਂਗੂ ਰੁੱਝੀਏ, ਪਿਆਰ ਵੰਡਾਈਏ, ਸਿਦਕ ਲਗਨ ਨਾਲ ਮਿਹਨਤ ਕਰੀਏ, ਜਗ ਹਸੀਨ ਬਣਾਈਏ। ਇਸ ਕਵੀ ਕਹਿ ਰਿਹਾ ਵਾ ਕਿ ਸਾਨੂੰ ਵੀ ਕੀੜੀ ਦੀ ਤਰ੍ਹਾਂ ਰਲ ਕੇ ਰਹਿਣਾ ਚਾਹੀਦਾ ਵਾ, ਆਪਣੇ ਕੰਮ ਵਿੱਚ ਰੁੱਝਣਾ ਚਾਹੀਦਾ, ਆਪਣਾ ਕੰਮ ਲਗਨ ਨਾਲ, ਪਿਆਰ ਨਾਲ ਵੰਡ ਕੇ ਕਰਨਾ ਚਾਹੀਦਾ ਵਾ। ਸਿਦਕ ਲਗਨ ਨਾਲ ਮਿਹਨਤ ਕਰੀਏ, ਵੀ ਅਸੀਂ ਵੀ ਦਿਲ ਲਗਾ ਕੇ ਆਪਣੀ ਕੰਮ ਵਿੱਚ ਮਿਹਨਤ ਕਰੀਏ, ਅਤੇ ਇਸ ਜੱਗ ਨੂੰ ਹਸੀਨ, ਜੱਗ ਮੀਨਸ ਦੁਨੀਆ, ਇਸ ਦੁਨੀਆ ਨੂੰ ਅਸੀਂ ਸੁੰਦਰ ਬਣਾਈਏ। ਇਸ ਤਰ੍ਹਾਂ ਦੇਖੋ ਬੱਚੋ, ਸਾਨੂੰ ਵੀ ਕੀੜੀਆਂ ਦੀ ਤਰ੍ਹਾਂ ਹੀ ਮਿਲ ਕੇ ਸਹਿਯੋਗ ਨਾਲ ਅਤੇ ਅਨੁਸ਼ਾਸਨ ਵਿੱਚ ਰਹਿਣਾ ਚਾਹੀਦਾ ਹੈ। ਹਾਂਜੀ ਬੱਚੇ, ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਜਿਹੜੀ ਕਵਿਤਾ ਵਾ ਉਹ ਸਮਝ ਆ ਗਈ ਹੋਵੇਗੀ। ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ, ਜ਼ਰੂਰੀ ਨਹੀਂ ਹੈ ਕਿ ਇਸ ਚੈਪਟਰ ਵਿੱਚ, ਕਿਸੇ ਵੀ ਚੈਪਟਰ ਵਿੱਚ ਪੰਜਾਬੀ ਵਿੱਚ ਕੋਈ ਵੀ ਡਾਊਟ ਹੈ, ਤੁਸੀਂ ਉਸ ਨੂੰ ਇੱਕ ਪੇਜ 'ਤੇ ਲਿਖ ਕੇ ਉਹਦਾ PDF ਬਣਾ ਕੇ ਤੁਸੀਂ ਆਪਣੀ ਈਮੇਲ ID ਵਿੱਚ ਸੈਂਡ ਕਰ ਦਿਓ, ਤੁਹਾਨੂੰ ਉਸ ਦਾ ਜਵਾਬ ਮਿਲ ਜਾਵੇਗਾ। ਠੀਕ ਹੈ ਬੇਟੇ। ਅਤੇ ਜਿਹੜੇ ਬੈਕ ਐਕਸਰਸਾਈਜ਼ ਹੈ, ਤੁਹਾਨੂੰ ਇਹਦੇ ਨਾਲ ਜਿਹੜਾ PDF ਆ ਰਿਹਾ, ਉਹਦੇ ਵਿੱਚ ਬੈਕ ਐਕਸਰਸਾਈਜ਼ ਤੁਹਾਨੂੰ ਦਿੱਤੀ ਹੋਈ ਹੈ, ਉਹ ਤੁਸੀਂ ਆਪਣੀ ਚੈਪਟਰ ਦੇ ਅਕੋਰਡਿੰਗ ਪੜ੍ਹੋ ਅਤੇ ਉਸ ਨੂੰ ਕਰੋ। ਅਤੇ ਬਾਕੀ ਜਿਹੜਾ ਕੰਮ ਹੈ ਆਪਣੀ ਅਭਿਆਸ ਕਾਪੀ 'ਤੇ ਵੀ ਨਾਲ ਦੀ ਨਾਲ ਹੀ ਕਰਨਾ ਹੈ। ਧੰਨਵਾਦ।